ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਫਤਿਹ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਦਾਸ ਵੱਲੋਂ ਇੱਕ ਦੋ ਬੇਨਤੀਆਂ ਹਨ ਕਿ ਜਿੱਦਾਂ ਅੱਜ ਕੱਲ੍ਹ ਵਾਦ ਵਿਵਾਦ ਚੱਲ ਰਿਹਾ ਹੈ ਕਿ ਹਰ ਗੱਲ ਨੂੰ ਸਾਇੰਸ 'ਤੇ ਜਾਂ ਪ੍ਰੈਕਟੀਕਲ ਕਰਕੇ ਦਿਖਾਓ ਜਾਂ ਤਰਕ ਦਾ ਯੁੱਗ ਚੱਲ ਰਿਹਾ ਹੈ। ਸੋ ਕਈ ਪ੍ਰਚਾਰਕ ਹਨ ਜਿੱਦਾਂ ਢੱਡੀਆਂ ਵਾਲੇ ਵੀ ਨੇ, ਵਾਰ-ਵਾਰ ਹਰੇਕ ਗੱਲ 'ਤੇ ਆਪਣੀ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਸੋ ਮੈਂ ਸੋਚਿਆ ਕਿ ਕੱਲ੍ਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਵੀ ਕੋਈ ਨਾ ਕੋਈ ਇਹਨਾਂ ਨੇ ਵਾਦ ਵਿਵਾਦ ਖੜਾ ਕਰ ਦੇਣਾ ਹੈ ਕਿ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੀ ਜਾਂ ਜਨਮ ਲਿਆ ਸੀਗਾ, ਕਿਉਂਕਿ ਇਹਨਾਂ ਨੇ ਜਨਮ ਸਿੱਧ ਕਰਨਾ ਹੈ ਕਿਉਂਕਿ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਇਹਨਾਂ ਨੇ ਕਹਿਣਾ ਕਿ ਉਹਨਾਂ ਨੇ ਜਨਮ ਲਿਆ ਸੀਗਾ। ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਮੈਂ ਨਹੀਂ ਕਹਿੰਦਾ, ਮੇਰਾ ਆਪਣਾ ਨਿੱਜੀ ਰਾਏ ਹੈ। ਮੈਂ ਮੰਨਦਾ ਹਾਂ ਕਿ ਉਹ ਪ੍ਰਗਟ ਹੋਏ ਸੀ। ਸੋ ਇਸ ਸੰਬੰਧ ਵਿੱਚ ਮੈਂ ਇੱਕ ਵੀਡੀਓ ਇਹ ਤਿਆਰ ਕਰਨੀ ਚਾਹ ਰਿਹਾ ਸੀਗਾ ਕਿ ਉਹ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੀ, ਨਾ ਕਿ ਉਹਨਾਂ ਨੇ ਕੋਈ ਜਨਮ ਲਿਆ ਸੀ। ਮੈਂ ਬਹੁਤਾ ਪਿੱਛੇ ਤੇ ਨਹੀਂ ਜਾਊਂਗਾ। ਸੋ ਇਹ ਉਸ ਵਕਤ ਦੀ ਘਟਨਾ ਹੈ ਜਦੋਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਆਪ ਖੁਦ ਰੱਬੀ ਜੋਤ ਪ੍ਰਗਟ ਹੋਈ ਸੀ, ਜਾਣੀ ਕਿ ਸਰਗਣ ਸਰੂਪ ਉਹਨਾਂ ਨੇ ਧਾਰਿਆ ਸੀਗਾ। ਜਦੋਂ ਵੇਖਿਆ ਕਿ ਸਾਰੇ ਪੈਗੰਬਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਕੋਈ ਸੱਚ ਦਾ ਪ੍ਰਸਾਰਾ ਨਹੀਂ ਕਰ ਸਕੇ ਅਤੇ ਦੁਨੀਆ ਨੂੰ ਸਿੱਧੇ ਰਸਤੇ ਜਾਂ ਸੱਚ ਦੇ ਰਸਤੇ 'ਤੇ ਨਹੀਂ ਤੋਰ ਸਕੇ। ਸੋ ਉਸ ਵਕਤ ਰੱਬੀ ਜੋਤ, ਉਹ ਨਿਰੰਕਾਰੀ ਜੋਤ ਆਪ ਨਾਰਾਇਣ ਕਲਾਧਾਰ ਜਗ ਮੇਂ ਪ੍ਰਵਰਿਓ ਹੋ ਗਈ, ਜਾਣੀ ਕਿ ਉਹ ਆਪ ਨਾਰਾਇਣ ਇਸ ਜੱਗ ਵਿੱਚ ਪ੍ਰਗਟ ਹੋਈ। ਸੋ ਮੈਂ ਸ਼ਾਰਟਕਟ ਕਰਾਂ ਕਿ ਜਿਸ ਵਕਤ ਰੱਬੀ ਜੋਤ ਨੇ ਪ੍ਰਗਟ ਹੋਣਾ ਸੀ, ਉਸ ਵਕਤ ਦੀ ਇਹ ਸ਼ੁਭ ਘਟਨਾ ਦਾ ਉਲੇਖ ਗ੍ਰੰਥਾਂ ਵਿੱਚ ਆਪ ਤੁਸੀਂ ਸਭ ਨੇ ਪੜ੍ਹਿਆ ਹੀ ਹੈ ਔਰ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ 14 ਨਵੰਬਰ 1969 ਨੂੰ ਪ੍ਰਗਟ ਹੋਏ। ਸੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਇਸ ਬਾਰੇ ਇੱਕ ਦੋ ਪ੍ਰੂਫ ਪੇਸ਼ ਕਰਨਾ ਚਾਹੁੰਦਾ ਹਾਂ, ਜਿਸ ਤਰ੍ਹਾਂ ਕਿ ਮੈਨੂੰ ਆਪਣੇ ਆਪ ਦੀ ਪਰਮਾਤਮਾ ਨੇ ਤੁਛ ਬੁੱਧੀ ਮੁਤਾਬਕ ਸੋਝੀ ਬਖਸ਼ੀ ਹੈ। ਮੈਂ ਚਾਹੁੰਦਾ ਹਾਂ ਕਿ ਅਗਰ ਉਹਨਾਂ ਪ੍ਰੂਫਾਂ ਨੂੰ ਹੀ ਮੰਨ ਲਿਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਨਹੀਂ ਸੀ, ਸਗੋਂ ਉਹ ਰੱਬੀ ਜੋਤ ਪ੍ਰਗਟ ਹੋਈ ਸੀ। ਪਹਿਲੇ ਨੰਬਰ 'ਤੇ ਪ੍ਰੂਫ ਹੈ ਉਹ ਦੌਲਤਾਂ ਦਾਈ, ਜਿਨ੍ਹਾਂ ਦਾ ਉਸ ਵਕਤ ਇਹੀ ਕੰਮ ਹੁੰਦਾ ਸੀਗਾ ਕਿ ਬੱਚਿਆਂ ਨੂੰ ਜਨਮ ਦਿਵਾਉਣਾ। ਸੋ ਉਹਨਾਂ ਦਾ ਆਪਣੇ ਮੁਖ ਤੋਂ ਨਿਕਲੀ ਇਹ ਆਵਾਜ਼ ਕਿ ਜਦੋਂ ਇਹ ਬੱਚਾ ਪੈਦਾ ਹੋਇਆ, ਇੱਕ ਕਮਰੇ 'ਚ ਇੰਨਾ ਲਾਈਟ, ਇੰਨੀ ਪ੍ਰਕਾਸ਼ ਹੋਇਆ ਕਿ ਮੇਰੀ ਸੁੱਧ ਬੁੱਧ ਖੋ ਬੈਠੀ, ਮੈਨੂੰ ਕੁਛ ਨਹੀਂ ਪਤਾ ਲੱਗਾ ਕੀ ਹੋਇਆ। ਦੂਜੀ ਗੱਲ ਉਹਨਾਂ ਨੇ ਇਹ ਆਖੀ ਕਿ ਜਦੋਂ ਬੱਚਾ ਪੈਦਾ ਹੋਇਆ ਉਹ ਬਿਲਕੁਲ ਵੀ ਚੂੰ ਚਾਂ ਦੀ ਕੋਈ ਆਵਾਜ਼ ਨਹੀਂ ਆਈ, ਯਾਨੀ ਕਿ ਕਿਸੇ ਤਰ੍ਹਾਂ ਦੀ ਰੋਣ ਦੀ ਕੋਈ ਆਵਾਜ਼ ਨਹੀਂ ਆਈ। ਸੋ ਕਹਿਣ ਤੋਂ ਭਾਵ ਮੇਰਾ ਅੰਦਾਜ਼ਾ ਇਹ ਹੈ ਕਿ ਉਸ ਵਕਤ ਜਿਸ ਬੱਚੇ ਨੇ ਜਨਮ ਲਿਆ ਉਹ ਬੱਚਾ ਮੁਰਦਾ ਪੈਦਾ ਹੋਇਆ। ਸੋ ਮੈਨੂੰ ਬੜਾ ਦੁੱਖ ਵੀ ਹੋ ਰਿਹਾ ਇਹ ਗੱਲ ਕਹਿੰਦੇ ਨੂੰ, ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ, ਪਰ ਇਸ ਚੀਜ਼ ਦਾ ਇਹ ਸਬੂਤ ਸੀਗਾ ਦੌਲਤਾਂ ਦਾਈ ਵੱਲੋਂ ਕਿ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਆਈ। ਸੋ ਮੈਂ ਇਹ ਸਮਝਦਾ ਹਾਂ ਕਿ ਬੱਚਾ ਮੁਰਦਾ ਪੈਦਾ ਹੋਇਆ ਸੀ। ਅਤੇ ਜਿਹੜੀ ਉਹ ਲਾਈਟ ਪ੍ਰਕਾਸ਼ ਦੀ ਗੱਲ ਉਹ ਕਰਦੀ ਸੀ ਦੌਲਤਾਂ ਦਾਈ, ਅਤੇ ਉਹ ਲਾਈਟ ਪ੍ਰਕਾਸ਼ ਜਿਹੜੀ ਰੱਬੀ ਜੋਤ, ਨਿਰੰਕਾਰੀ ਜੋਤ, ਜਿਹੜੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਆਪ ਦੀ ਜੋਤ ਸੀ, ਉਹ ਪ੍ਰਕਾਸ਼ ਬਣ ਕੇ ਅਤੇ ਉਸ ਬੱਚੇ ਦੀ ਦੇਹ 'ਚ ਪ੍ਰਵੇਸ਼ ਕੀਤਾ। ਸੋ ਉਹ ਬੱਚਾ ਬਾਅਦ 'ਚ ਸਵਾਸ ਚੱਲਦੇ ਹੋਏ ਅਤੇ ਉਹ ਜਿਹੜੀ ਹੈ ਉਸੇ ਜਿਹੜੇ ਬੱਚੇ ਦੀ ਦੇਹ ਹੈ ਉਹੋ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਗਈ, ਜਾਣੀ ਕਿ ਲਾਈਟ ਜੋ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਬਾਹਰੋਂ ਆਇਆ ਅਤੇ ਉਹ ਬੱਚੇ 'ਚ ਪ੍ਰਵੇਸ਼ ਹੋਇਆ ਅਤੇ ਉਸ ਦੇਹੀ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਲਿਆ। ਜਾਣੀ ਮੈਂ ਇਹੀ ਸਮਝਦਾ ਹਾਂ ਕਿ ਜਿਸ ਤਰ੍ਹਾਂ ਨਿਰੰਕਾਰੀ ਜੋਤ ਅਜੂਨੀ ਸਹਿ ਭੰਗ ਹੈ, ਉਹ ਅਕਾਲ ਪੁਰਖ ਅਜੂਨੀ ਸਹਿ ਭੰਗ ਹੈ, ਜਨਮ ਮਰਨ 'ਚ ਨਹੀਂ ਆਉਂਦਾ। ਸੋ ਜਿਸ ਰਸਤੇ 'ਚ ਕੁਦਰਤ ਦਾ ਆਮ ਨਿਯਮ ਬਣਿਆ ਹੈ ਜਨਮ ਮਰਨ ਦਾ, ਉਸ ਰਸਤੇ ਉਹ ਨਹੀਂ ਆਉਂਦੇ। ਸੋ ਇਹੀ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਜਨਮ ਨਹੀਂ ਲਿਆ। ਸੋ ਉਹ ਇਸ ਤਰ੍ਹਾਂ ਪ੍ਰਗਟ ਹੋਈ, ਉਹ ਜੋਤ ਨਿਰੰਕਾਰੀ ਜੋਤ ਇਸ ਤਰ੍ਹਾਂ ਪ੍ਰਗਟ ਹੋਈ। ਸੋ ਦੂਜੀ ਪ੍ਰੂਫ ਹੈਗਾ ਜਿੱਦਾਂ ਕਿ ਆਪ ਨਾਰਾਇਣ ਕਲਾਧਾਰ ਜਗ ਮੇਂ ਪ੍ਰਵਰਿਓ, ਇਹ ਵੀ ਸਿੱਧਾ ਸੰਕੇਤ ਕਰਦੀ ਹੈ ਕਿ ਉਹ ਆਪ ਨਾਰਾਇਣ ਕਲਾਧਾਰ ਇੱਕ ਵੱਖਰੀ ਕਲਾ, ਇੱਕ ਵੱਖਰੀ ਢੰਗ ਤਰੀਕਾ ਅਪਣਾ ਕੇ ਇਸ ਜੱਗ ਵਿੱਚ ਪਰਵਰਿਓ ਸੀਗੀ।
ਜਾਣੀ ਕਿ ਇਸ ਜੱਗ ਵਿੱਚ ਪ੍ਰਵੇਸ਼ ਆਈ ਸੀ, ਜੋ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਹੈ, ਤੁਸੀਂ ਆਪ ਹੀ ਜਾਣਦੇ ਹੋ। ਔਰ ਤੀਜਾ ਪ੍ਰੂਫ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਸੋ ਜਿਹੜੀ ਇਹ ਪੰਕਤੀ ਦਾ ਅਰਥ ਅਗਰ ਡੂੰਘਾਈ ਨਾਲ ਦੇਖਿਆ ਜਾਏ ਤਾਂ ਇੱਥੇ ਵੀ ਸ਼ਬਦ ਜਨਮ ਨਹੀਂ ਹੈ, ਪ੍ਰਗਟ ਲਿਖਿਆ ਹੈ। ਸੋ ਸਤਿਗੁਰੂ ਨਾਨਕ ਜੀ ਪ੍ਰਗਟ ਹੋਏ ਸੀ, ਜਾਣੀ ਕਿ ਉਹ ਪ੍ਰਗਟ ਉਹ ਚੀਜ਼ ਜੋ ਪਹਿਲਾਂ ਤੋਂ ਇੱਥੇ ਮੌਜੂਦ ਹੈ, ਅਤੇ ਉਹ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਈ। ਸੋ ਗੁਰੂ ਨਾਨਕ ਦੇਵ ਜੀ ਦੀ ਹੋਂਦ ਨੂੰ ਪ੍ਰੂਫ ਔਰ ਸਬੂਤਾਂ ਤੌਰ 'ਤੇ ਸਾਬਤ ਕਰਦੇ ਹੋਏ ਭਾਈ ਗੁਰਦਾਸ ਜੀ ਵੀ ਲਿਖ ਰਹੇ ਨੇ ਕਿ ਮਿੱਟੀ ਧੁੰਦ ਜਗ ਚਾਨਣ ਹੋਆ। ਹੁਣ ਜਗ ਚਾਨਣ ਹੋਆ, ਮਿੱਟੀ ਧੁੰਦ। ਹੁਣ ਕਹਿੰਦੇ ਹਨੇਰੇ ਦਾ ਇਲਾਜ ਤਾਂ ਹੈਗਾ ਕਿ ਪ੍ਰਕਾਸ਼ ਕਰ ਦਿਓ, ਲਾਈਟ ਕਰ ਦਿਓ ਅਤੇ ਹਨੇਰੇ ਦਾ ਉੱਡ ਜਾਂਦਾ, ਪਰ ਧੁੰਦ ਨਹੀਂ ਕਿਤੇ ਵੀ ਜਾਂਦੀ। ਉਹ ਧੁੰਦ ਕਿਹਨਾਂ ਨੇ ਉਡਾਈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਉਸ ਰੱਬੀ ਜੋਤ ਨੇ। ਕਿ ਪ੍ਰਕਾਸ਼ ਧੁੰਦ ਦਾ ਕੋਈ ਇਲਾਜ ਨਹੀਂ। ਚਾਹੇ ਤੁਸੀਂ ਆਪ ਦੇਖਦੇ ਹੀ ਹੋ ਕਿ ਭਾਵੇਂ ਗੱਡੀਆਂ ਚੱਲਦੀਆਂ ਨੇ, ਟਰੱਕ ਚੱਲਦੇ, ਕੁਛ ਵੀ ਚੱਲਦਾ, ਉਹਨਾਂ ਧੁੰਦ ਦਾ ਕੋਈ ਉਹ ਨਹੀਂ ਹੈਗਾ। ਪਰ ਇਹ ਉਹ ਰੱਬੀ ਜੋਤ ਸੀ ਜਿਨ੍ਹਾਂ ਨੇ ਜੱਗ ਵਿੱਚ ਛਾਈ ਹੋਈ ਧੁੰਦ ਨੂੰ ਵੀ ਦੂਰ ਕੀਤਾ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ, ਮੈਂ ਅਗਰ ਹੋਰ ਥੋੜ੍ਹੀ ਜਿਹੀ ਗੱਲ ਕਰਾਂ ਪ੍ਰਗਟ ਸ਼ਬਦ ਦੀ, ਤਾਂ ਖਾਲਸਾ ਵੀ ਪ੍ਰਗਟ ਹੀ ਹੋਇਆ ਸੀਗਾ। ਜਾਣ ਕੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਪਰਮਾਤਮਾ ਦੀ ਮੌਜ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸਾ ਪ੍ਰਗਟ ਕੀਤਾ ਸੀ, ਜਾਣੀ ਕਿ ਜੋ 5 ਪਿਆਰੇ ਸੀ ਉਹ ਪਹਿਲਾਂ ਤੋਂ ਇੱਥੇ ਮੌਜੂਦ ਸੀਗੇ। ਸੋ ਉਹਨਾਂ 5 ਪਿਆਰਿਆਂ ਦੇ ਸੀਸ ਲੈ ਕੇ ਉਹਨਾਂ ਦੇ ਸੀਸ ਵੱਖ ਕੀਤੇ, ਉਹਨਾਂ ਨੂੰ ਫਿਰ ਇੱਕ ਦੂਜੇ ਨਾਲ ਜੋੜਿਆ। ਜਿੱਥੋਂ ਤੱਕ ਮੈਂ ਸੁਣਿਆ ਉਹਨਾਂ ਨੂੰ ਜੋੜਿਆ ਗਿਆ, ਜੋੜ ਕੇ ਫਿਰ ਉਹਨਾਂ ਨੂੰ ਸੁਰਜੀਤ ਕੀਤਾ ਗਿਆ। ਇਹ ਜੋੜਨ, ਇੱਕ ਦੂਜੇ ਦੇ ਨਾਲ ਸਿਰ ਜੋੜਨ ਦਾ ਮਤਲਬ ਸੀਗਾ ਕਿ ਤੁਹਾਡੀ ਅੱਜ ਤੋਂ ਜਾਤ ਪਾਤ ਖਤਮ। ਪਹਿਲਾਂ ਉਹਨਾਂ ਦੇ ਪਿਛਲੀ ਗੁਲਾਮੀ, ਪਿਛਲੀ ਜਾਤ ਵਿਤਕਰੇ ਸਭ ਕੱਟ ਦਿੱਤੇ, ਜਾਣੀ ਕਿ ਜਿੱਥੋਂ ਸੀਸ ਕੱਟੇ ਗਏ ਉਹਨਾਂ ਸੀਸ ਇੱਕ ਬਾਅਦ 'ਚ ਜੋੜੇ ਗਏ। ਉਹ ਪਿਛਲਾ ਗੁਲਾਮੀ ਜਾਂ ਜੋ ਕਹਿ ਲਓ ਵੀ ਜੋ ਵੀ ਕੁਰੀਤੀਆਂ ਹਨ, ਉਹਨਾਂ ਤੋਂ ਵੱਖਰਾ ਇੱਕ ਖਾਲਸਾ ਤਿਆਰ ਕਰਕੇ, ਜਾਤ ਪਾਤ ਮਿਟਾ ਕੇ, ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਜਾਤ ਪਾਤ ਵੀ ਦੂਰ ਕੀਤੀ ਅਤੇ ਇਹ ਖਾਲਸਾ ਨਵੇਂ ਸਿਰੇ ਤੋਂ ਪ੍ਰਗਟ ਕੀਤਾ। ਸੋ ਇਹ ਪ੍ਰਗਟ ਸ਼ਬਦ ਹੀ ਇਹੋ ਜਿਹਾ ਇੰਨਾ ਮਹਾਨ ਹੈ ਕਿ ਜਿਹਦਾ ਕੋਈ ਹੋਰ ਕੋਈ ਮੁਕਾਬਲਾ ਨਹੀਂ ਹੈਗਾ, ਨਾ ਇਸ ਦੇ ਥਾਂ 'ਤੇ ਕੋਈ ਹੋਰ ਸ਼ਬਦ ਵਰਤਿਆ ਜਾ ਸਕਦਾ। ਸੋ ਇਹ ਖਾਲਸਾ ਵੀ ਉਸ ਟਾਈਮ ਪ੍ਰਗਟ ਹੋ ਕੇ ਹੋਂਦ ਵਿੱਚ ਆਇਆ। ਹੁਣ ਇਸ ਦੇ ਵਿਸਤਾਰ ਵਿੱਚ ਮੈਂ ਬਹੁਤਾ ਨਹੀਂ ਜਾਊਂਗਾ। ਅਤੇ ਬਾਕੀ ਵਾਹਿਗੁਰੂ ਜੀਓ, ਇਹ ਜਿੱਦਾਂ ਹੋਰ ਵੀ ਕਹਿ ਲਓ ਕਿ ਦਸਮ ਗ੍ਰੰਥ 'ਤੇ ਵੀ ਅੱਜ ਕੱਲ੍ਹ ਬਹੁਤ ਚਰਚੇ ਚਲਾ ਰਹੇ ਹਨ ਕਿ ਦਸਮ ਗ੍ਰੰਥ 'ਤੇ ਇੱਦਾਂ ਨਹੀਂ ਤਾਂ ਇੱਦਾਂ। ਅਤੇ ਮੈਂ ਤਾਂ ਇਹ ਕਹੂੰਗਾ ਕਿ ਦਸਮ ਗ੍ਰੰਥ ਵੀ, ਮੇਰੀ ਆਪਣੀ ਨਿੱਜੀ ਰਾਏ ਹੈ ਕਿ ਦਸਮ ਗ੍ਰੰਥ ਨੂੰ ਪੰਥ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਮੈਂ ਇਹ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਕਿ ਸਾਡੇ ਹਰ ਰੋਜ਼ ਦੀਆਂ ਨਿਤਨੇਮ ਦੀਆਂ ਬਾਣੀਆਂ, ਜਾਂ ਇੱਦਾਂ ਕਹਿ ਲਓ ਕਿ ਜੋ ਅੰਮ੍ਰਿਤ ਤਿਆਰ ਕਰਨ ਲੱਗੇ ਬਾਣੀਆਂ ਪੜ੍ਹੀਆਂ ਜਾਂਦੀਆਂ, ਉਹਨਾਂ 'ਚ ਵੀ 3 ਬਾਣੀਆਂ ਸ੍ਰੀ ਦਸਮ ਗ੍ਰੰਥ ਦੀਆਂ ਹਨ। ਸੋ ਇਹ ਆਪਾਂ ਕਿੱਦਾਂ ਕਹਿ ਦਈਏ ਕਿ ਇਹ ਗ੍ਰੰਥ ਜਿਹੜਾ ਦਸਮ ਗ੍ਰੰਥ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈਗਾ। ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ। ਮੇਰੀ ਆਪਣੀ ਨਿੱਜੀ ਰਾਏ ਹੈ ਕਿ ਦਸਮ ਗ੍ਰੰਥ ਵੀ ਪੰਥ ਦਾ ਹੀ ਹਿੱਸਾ ਹੈ। ਜਿਸ ਤਰ੍ਹਾਂ ਕਿ ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਦੀ ਪਰਿਕਰਮਾ 'ਚ 2 ਨਿਸ਼ਾਨ ਸਾਹਿਬ ਹਨ, ਇੱਕ ਮੀਰੀ ਦਾ ਅਤੇ ਇੱਕ ਪੀਰੀ ਦਾ। ਅਗਰ ਇੱਕ ਨਿਸ਼ਾਨ ਸਾਹਿਬ ਜੋ ਉੱਚਾ ਹੈ ਸ੍ਰੀ ਦਰਬਾਰ ਸਾਹਿਬ ਵਾਲੀ ਸਾਈਡ 'ਚ, ਉਹ ਅਗਰ ਰੂਹਾਨੀਅਤ ਦੀ ਗਵਾਹੀ ਭਰਦਾ ਹੈ, ਸ੍ਰੀ ਦਰਬਾਰ ਸਾਹਿਬ ਦੀ ਜੋ ਸ਼ਬਦ ਕੀਰਤਨ ਹੁੰਦਾ ਹੈ, ਜੋ ਪਾਠ ਮਰਿਆਦਾ ਪੂਜਾ ਜੋ ਹੁੰਦਾ ਹੈ, ਉਹ ਰੂਹਾਨੀਅਤ ਦੀ ਖੁਰਾਕ ਹੈ, ਉਹ ਰੂਹਾਨੀਅਤ ਦੀ ਗਵਾਹੀ ਭਰਦਾ ਹੈ। ਅਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਵਾਲਾ, ਜਿਹਨੂੰ ਆਪਾਂ ਰਾਜਨੀਤੀ ਨਾਲ ਵੀ ਜੋੜ ਦਿੰਦੇ ਹਾਂ ਕਿ ਉਹ ਥੋੜ੍ਹਾ ਜਿਹਾ ਫੁੱਟ ਸਵਾ ਫੁੱਟ ਨੀਵਾਂ ਹੈ, ਅਤੇ ਉਹ ਸਮਝ ਲਓ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਹੀ ਸੋ ਮੈਂ ਤਾਂ ਇਹ ਕਹੂੰਗਾ ਕਿ ਸ੍ਰੀ ਦਸਮ ਗ੍ਰੰਥ ਦੇ ਵਿੱਚ ਜੋ ਵੀ ਹੈ ਉਹਦੇ 'ਚ ਪਹਿਲਾਂ ਸ੍ਰੀ ਅਕਾਲ ਪੁਰਖ ਸਾਹਿਬ ਦੀ ਸਿਫਤ ਸਲਾਹ ਕੀਤੀ ਗਈ,
ਜਿੱਥੇ ਸਿਫਤ ਸਲਾਹ ਕੀਤੀ ਗਈ ਉੱਥੇ ਬੀਰ ਰਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚ ਦਰਸਾਇਆ ਕਿ ਬੀਰ ਰਸ ਕਿੱਦਾਂ ਲੈਣਾ ਹੈ। ਔਰ ਤੀਸਰਾ ਉਹਨਾਂ ਨੇ ਤ੍ਰਿਆ ਚਰਿੱਤਰ ਦਾ ਵੀ ਵਿਖਿਆਨ ਕੀਤਾ। ਸੋ ਮੈਂ ਇਹ ਕਹੂੰਗਾ ਕਿ ਜਿੱਥੇ ਅੰਮ੍ਰਿਤ ਛਕਣ ਲੱਗਿਆ ਬਾਣੀਆਂ ਵਿੱਚ ਉਹਨਾਂ ਨੇ ਤਿੰਨ ਬਾਣੀਆਂ ਸ੍ਰੀ ਦਸਮ ਗ੍ਰੰਥ ਦੀਆਂ ਲਈਆਂ ਜਾਂਦੀਆਂ ਹਨ, ਉੱਥੇ ਇਹਦਾ ਮਤਲਬ ਪ੍ਰੂਫ ਇਹੀ ਹੈ ਕਿ ਦਸਮ ਗ੍ਰੰਥ ਸਾਡੇ ਪੰਥ ਦਾ ਹਿੱਸਾ ਹੈ। ਨੰਬਰ 1 ਤਾਂ ਹੀ ਉੱਥੋਂ ਬਾਣੀਆਂ ਅੰਮ੍ਰਿਤ ਪੜ੍ਹਨ ਲੱਗਿਆ ਅਤੇ ਨਿਤਨੇਮ ਦੀਆਂ ਬਾਣੀਆਂ 'ਚ 3 ਬਾਣੀਆਂ ਉੱਥੋਂ ਸ਼ਾਮਿਲ ਕੀਤੀਆਂ ਗਈਆਂ। ਦੂਜਾ ਆਪਾਂ ਨੇ ਬੀਰ ਰਸ ਵੀ ਲੈਣਾ ਹੈ ਉੱਥੋਂ। ਤੀਜਾ ਜਿਹੜਾ ਚਰਿੱਤਰ ਦੀ ਗੱਲ ਕਰਦੇ ਆ ਕਿ ਇਹ ਉਹਨਾਂ ਦੇ ਲਿਖੇ ਨਹੀਂ ਹੋ ਸਕਦੇ। ਮੈਂ ਵੀ ਮੰਨਦਾ, ਮੈਂ ਪੂਰਾ ਯਕੀਨ ਨਾਲ ਤਾਂ ਨਹੀਂ ਕਹਿ ਸਕਦਾ, ਪਰ ਮੈਨੂੰ ਇਹ ਪਤਾ ਹੈ ਕਿ ਜੇ ਉਹ ਸਾਰਾ ਦਸਮ ਗ੍ਰੰਥ ਹੈਗਾ ਅਤੇ ਉਹਦੇ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋ ਸਕਦੀ ਹੈ, ਉਹਨਾਂ ਦੀ ਹੋਈ ਲਿਖਤ ਹੈ। ਕਿਉਂਕਿ ਜਿਹੜਾ ਜਿੱਥੇ ਸਿਫਤ ਸਲਾਹ ਹੈ ਅਕਾਲ ਪੁਰਖ ਜੀ ਦੀ, ਜਿੱਥੇ ਬੀਰ ਰਸ ਲੈਣਾ ਹੈ, ਉੱਥੇ ਤ੍ਰਿਆ ਚਰਿੱਤਰ ਪਖਿਆਨੋ ਕੀਤਾ, ਜਾਣੀ ਕਿ ਜੋ ਕਥਾ ਕਹਾਣੀਆਂ ਇੱਥੇ ਰਾਜੇ ਰਾਣੀਆਂ ਦੀ ਪਹਿਲਾਂ ਚੱਲ ਰਹੀਆਂ ਹਨ, ਉਹ ਤ੍ਰਿਆ ਚਰਿੱਤਰ 405 ਚਰਿੱਤਰ ਉਹਨਾਂ ਨੇ ਵਿੱਚ ਦਰਜ ਕੀਤੇ ਹਨ। ਅਤੇ ਇਹਦਾ ਮਤਲਬ ਇਹ ਨਹੀਂ ਆ ਕਿ ਇਹਦਾ ਮਤਲਬ ਕੋਈ ਗਲਤ ਕੱਢੇ ਅਤੇ ਕੱਢੀ ਜਾਵੇ। ਜੇ ਦਰਬਾਰ ਸਾਹਿਬ ਰੂਹਾਨੀਆਂ ਦੀ ਖੁਰਾਕ ਹੈ ਅਤੇ ਇਹ ਬੀਰ ਰਸ ਦਾ ਸੰਕੇਤ ਦਿੰਦਾ ਹੈ। ਸੋ ਸਾਨੂੰ ਦਸਮ ਗ੍ਰੰਥ ਤੋਂ ਬੀਰ ਰਸ ਵੀ ਮਿਲਦਾ ਹੈ, ਅਕਾਲ ਪੁਰਖ ਦੀ ਸਿਫਤ ਸਲਾਹ ਵੀ ਮਿਲਦੀ ਹੈ। ਅਤੇ ਆਪਣੇ ਇਹਨਾਂ ਚਰਿੱਤਰਾਂ ਵੱਲ ਨਾ ਜਾ ਕੇ ਉਲਟਾ ਇਹਨਾਂ ਚਰਿੱਤਰਾਂ ਨੂੰ ਪੜ੍ਹ ਕੇ ਅਤੇ ਇਹੋ ਜਿਹਾ ਕੁਛ ਨਾ ਕੁਛ ਸਿੱਖਣ ਨੂੰ ਜਾਂ ਸਬਕ ਲੈਣ ਨੂੰ ਮਿਲਦਾ ਹੈ। ਸੋ ਤੁਸੀਂ ਉਸ ਤੋਂ ਕੁਛ ਨਾ ਕੁਛ ਸਬਕ ਲੈਣਾ ਹੈ, ਨਾ ਕਿ ਉਹਦੇ 'ਤੇ ਕਿੰਤੂ ਪਰੰਤੂ ਕਰਦੇ ਹੋਏ ਆਪ ਵੀ ਉੱਦਾਂ ਦੇ ਬਣ ਜਾਣਾ ਹੈ। ਆਪ ਨਾ ਬਣੀਏ, ਸਗੋਂ ਇਹ ਚਰਿੱਤਰ ਵੀ ਐਸੇ ਕਰਕੇ ਦਰਜ ਕੀਤੇ ਹਨ ਕਿ ਸਿੰਘਾ ਤੇਰੇ ਇਹਨੂੰ ਪੜ੍ਹ ਕੇ ਤੇਰੇ ਚਰਿੱਤਰ ਕਿੱਦਾਂ, ਮਤਲਬ ਤੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਹੈ, ਆਪਣੇ ਆਪ ਨੂੰ ਕਿੱਦਾਂ ਬਚਾਉਣਾ ਹੈ, ਕਿ ਕੀ ਕੁਛ ਜੱਗ ਵਿੱਚ ਹੁੰਦਾ ਆ ਅਤੇ ਕੀ ਕੁਛ ਹੋ ਰਿਹਾ, ਤੂੰ ਇਸ ਤੋਂ ਵੀ ਬਚਣਾ ਹੈ। ਸੋ ਬਹੁਤਾ ਕੁਛ ਨਾ ਕਹਿੰਦਾ ਹੋਇਆ ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ। ਅਤੇ ਬਾਕੀ ਭੁੱਲ ਚੁੱਕ ਦੀ ਖਿਮਾ, ਜਿੱਦਾਂ ਬਹੁਤਾ ਗੁਣੀ ਗਿਆਨੀ ਤਾਂ ਅਸੀਂ ਹੈ ਨਹੀਂ। ਸੋ ਇਹ ਤਾਂ ਸੰਗਤ ਅਤੇ ਉਹ ਗੁਰੂ ਪੰਥ ਖਾਲਸਾ ਜਾਂ ਸਰਬੱਤ ਖਾਲਸਾ ਕੋਈ ਆਪਣਾ ਇੱਕ ਮਤਾ ਪਕਾਵੇ ਔਰ ਕਰੇ। ਔਰ ਉਹਦੇ 'ਚ ਇੱਕ ਖਾਸ ਗੱਲ ਜ਼ਰੂਰ ਕੀਤੀ ਜਾਣ ਕਿ ਜਿੱਥੇ ਸਾਰੇ ਮਸਲੇ ਹੱਲ ਕੀਤੇ ਜਾਣ ਜਾਂ ਸਿੱਖ ਰਹਿਤ ਮਰਿਆਦਾ ਦੇ ਜੋ ਨੇ ਉਹ ਵੀ ਮਿਲ ਬੈਠ ਕੇ ਕੀਤੇ ਜਾਣ, ਕਿਉਂਕਿ ਹਰ ਇੱਕ ਡੇਰਾ ਆਪਣੀ ਆਪਣੀ ਰਹਿਤ ਮਰਿਆਦਾ ਆਪਣੇ ਹਿਸਾਬ ਨਾਲ ਬਣਾਈ ਬੈਠਾ ਹੈ। ਰਹਿਤ ਮਰਿਆਦਾ 'ਤੇ ਵੀ ਕੀਤੇ ਸਵਾਲ ਜਵਾਬ ਹੋਣ, ਉਹਦੇ ਜੋ ਵੀ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਲੱਗਦਾ ਪੰਥ ਇਸ ਬਾਰੇ ਸੋਚੂਗਾ। ਔਰ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜਾ ਜੋ ਵੀ ਹੈ ਵਾਦ ਵਿਵਾਦ ਖੜ੍ਹਾ ਕਰਦਾ, ਉਹਦੇ ਵਿੱਚ ਇੱਕ ਮਤਾ ਪਾ ਕੇ ਇੱਕ ਹਦਾਇਤ ਇਹ ਵੀ ਕੀਤੀ ਜਾਵੇ ਕਿ ਅੱਜ ਤੋਂ ਬਾਅਦ ਕੋਈ ਵਾਦ ਵਿਵਾਦ ਨਹੀਂ ਖੜੂ ਕਰੂਗਾ। ਜੇ ਕਿਸੇ ਨੂੰ ਦੁਬਦਾ, ਕੋਈ ਸ਼ੱਕ ਸ਼ੁਬਾ ਕੁਛ ਹੈਗਾ, ਅਤੇ ਉਹ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਅਤੇ ਜਾਂ ਬਿਨਾਂ ਪੇਸ਼ ਹੋਏ ਵੀ ਕਿਸੇ ਗੁਣੀ ਗਿਆਨੀ ਨਾਲ ਪਹਿਲਾਂ ਆਪਣੀ ਸ਼ਬਦ ਚਰਚਾ ਕਰੇ, ਜਿਹਦੇ 'ਚ ਉਹ ਆਪਣੇ ਸ਼ੰਕੇ ਪ੍ਰਗਟ ਕਰੇ ਅਤੇ ਦੂਜੇ ਦੇ ਸਵਾਲ ਜਵਾਬ ਸੁਣ ਕੇ ਉਹਨਾਂ ਨੂੰ ਆਪਣੇ ਸ਼ੰਕੇ ਦੱਸੇ ਅਤੇ ਆਪਣੇ ਸ਼ੰਕੇ ਦੂਰ ਕਰੇ। ਅਗਰ ਉਹਦੇ ਸ਼ੰਕੇ ਦੂਰ ਨਹੀਂ ਹੁੰਦੇ ਫਿਰ ਉਹ ਕਿਸੇ ਗੱਲ 'ਤੇ ਕਿੰਤੂ ਪਰੰਤੂ ਕਰੇ। ਪਹਿਲਾਂ ਮੇਲ ਬੈਠ ਕੇ ਉਹ ਆਪਣੇ ਜਿੰਨੇ ਵੀ ਸ਼ੰਕਾ ਜਾਂ ਦੁਬਿਧਾ ਹੈਗੀਆਂ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ ਜਾਂ ਕਿਤੇ ਵੀ ਕਿਸੇ ਸੂਝਵਾਨ ਕੋਲ ਜਾ ਕੇ ਇਹ ਸਾਰੇ ਸ਼ੰਕੇ ਨਿਵਰਤ ਕਰਨੇ ਚਾਹੀਦੇ ਹਨ। ਉਸ ਤੋਂ ਬਾਅਦ ਕੋਈ ਸਟੈਪ ਚੁੱਕਣਾ ਚਾਹੀਦਾ ਹੈ। ਇੰਨਾ ਕੁਝ ਖਿਦਮਤ ਜਾਚਕਾਂ। ਸੋ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।